गुड मॉर्निंग स्टूडेंट्स। अपना अज का टॉपिक है बेटे प्लासी की लड़ाई दीयां घटनावां अते इस लड़ाई की महत्ता। सब तो पहला आपां गल करदे हां लड़ाई दीयां घटनावां बारे। प्लासी की लड़ाई सी जिहड़ी यह जून 1757 ईस्वी दे विच बंगाल के नवाब सिराज उद दौला अते अंग्रेज़ां दे विचकार होई सीगी। जिहड़ा कलाइव सी जो कि एक अंग्रेज़ सीगा ਉਹ सिराजुद दौला ਦੇ ਨਾਲ ਸੀ ਜਿਹੜੀ ਲੜਾਈ ਮੁੱਲ ਲੈਣਾ ਚਾਹੁੰਦਾ ਸੀ। ਇਸੇ ਦੇ ਲਈ ਉਸਨੇ ਸਿਰਾਜੁਦ ਦੌਲਾ ਨੂੰ ਇੱਕ ਪੱਤਰ ਲਿਖਿਆ ਜਿਸ ਪੱਤਰ ਦੇ ਵਿੱਚ ਉਸਨੇ ਸਿਰਾਜੁਦ ਦੌਲਾ ਤੇ ਇੱਕ ਝੂਠਾ ਇਲਜ਼ਾਮ ਲਾਇਆ ਕਿ ਉਹ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਫਰਾਂਸੀਸੀਆਂ ਦੀ ਹੈਲਪ ਕਰ ਰਿਹਾ ਹੈ। ਹਜੇ ਸਿਰਾਜੁਦ ਦੌਲਾ ਨੇ ਅੱਗੋਂ ਕੋਈ ਪੱਤਰ ਨਹੀਂ ਸੀ ਲਿਖਿਆ ਜਵਾਬ ਦੇ ਵਿੱਚ। ਬਿਨਾਂ ਕੋਈ ਜਵਾਬ ਲਏ ਜਿਹੜਾ ਕਲਾਈਵ ਨੇ ਸੀ ਇੱਕ ਬਹਾਨਾ ਜਿਹਾ ਲੈ ਕੇ ਇਹ ਉਸਨੇ ਸੀ ਜਿਹੜੀਆਂ ਆਪਣੀਆਂ ਫੌਜਾਂ ਜਿਹਦੇ ਵਿੱਚ ਕਿ 700 ਯੂਰਪੀ ਸੈਨਿਕ ਸੀ, 2100 ਭਾਰਤੀ ਸਿਪਾਹੀ ਸੀ ਤੇ 6 ਤੋਪਾਂ ਸੀ ਲੈ ਕੇ ਬੰਗਾਲ ਵੱਲ ਨੂੰ ਚਲਾ ਗਿਆ ਉਹ ਆਪਣੀ ਫੌਜ ਦੇ ਨਾਲ ਸਿਰਾਜੁਦ ਦੌਲਾ ਦੇ ਨਾਲ ਯੁੱਧ ਕਰਨ। ਜਦੋਂ ਸਿਰਾਜੁਦ ਦੌਲਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਵੀ ਆਪਣੀ ਜਿਹੜੀ ਫੌਜ ਲੈ ਕੇ ਉਸ ਵੱਲ ਨੂੰ ਤੁਰਿਆ। ਸਿਰਾਜੁਦ ਦੌਲਾ ਦੀ ਫੌਜ ਦੇ ਵਿੱਚ 35,000 ਪੈਦਲ ਸੈਨਿਕ ਸੀ, 18,000 ਘੋੜਸਵਾਰ ਸੈਨਿਕ ਸੀ ਤੇ 15 ਤੋਪਾਂ ਸੀਗੀਆਂ। ਦੋਨੇ ਧਿਰਾਂ ਸੀ ਜਿਹੜੀਆਂ ਪਲਾਸੀ ਨਾਮਕ ਸਥਾਨ ਦੇ ਉੱਤੇ ਇਕੱਠੀਆਂ ਹੋਈਆਂ ਜਿੱਥੇ 23 ਜੂਨ 1757 ਈਸਵੀ ਨੂੰ ਇਹਨਾਂ ਦੋਹਾਂ ਧਿਰਾਂ ਦੇ ਵਿਚਕਾਰ ਇੱਕ ਭਿਆਨਕ ਲੜਾਈ ਹੋਈ। ਸੋ ਮੀਰ ਜਾਫਰ ਹੋਰੀ ਸੀ ਜਿਹੜੇ ਉਹਨਾਂ ਨੇ ਸੀ ਜਿਹੜਾ ਸਿਰਾਜੁਦ ਦੌਲਾ ਦੀ ਜਿਹੜੀ ਸੈਨਾ ਦੇ ਵਿੱਚ ਭਾਗ ਲਿਆ ਲੜਾਈ ਦੇ ਲਈ। ਬਟ ਉਹਨਾਂ ਨੇ ਸੈਨਾ ਦੇ ਵਿੱਚ ਭਾਗ ਤਾਂ ਲਿਆ ਪਰ ਉਹਨਾਂ ਨੇ ਲੜਾਈ ਦੇ ਵਿੱਚ ਕੋਈ ਹਿੱਸਾ ਨਹੀਂ ਪਾਇਆ ਕਿਉਂਕਿ ਉਹ ਅੰਦਰ ਖਾਤੇ ਸੀ ਜਿਹੜੇ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀ। ਸੋ ਫਿਰ ਵੀ ਸੀ ਜਿਹੜਾ ਨਵਾਬ ਦੀ ਜਿਹੜੀ ਥੋੜੀ ਜੀ ਸੈਨਾ ਸੀ ਉਸਨੇ ਦੁਸ਼ਮਣਾਂ ਦਾ ਬਹੁਤ ਜ਼ਿਆਦਾ ਡਟ ਕੇ ਮੁਕਾਬਲਾ ਕੀਤਾ। ਕਈ ਵਾਰ ਤਾਂ ਜਿਹੜੀ ਸਿਰਾਜੁਦ ਦੌਲਾ ਸੀ ਸੈਨਾ ਸੀ ਉਸ ਦੇ ਕਾਰਨ ਜਿਹੜਾ ਅੰਗਰੇਜ਼ਾਂ ਦੇ ਸੈਨਿਕਾਂ ਨੂੰ ਵਾਪਸ ਜਾ ਕੇ ਜਿਹੜਾ ਸੀ ਦਰਖਤਾਂ ਦੇ ਪਿੱਛੇ ਜਿਹੜਾ ਲੁਕਣਾ ਪਿਆ ਸੀ। ਪਰ ਸਿਰਾਜੁਦ ਦੌਲਾ ਦੇ ਮੰਦੇ ਭਾਗ ਸੀਗੇ। ਮੰਦੇ ਭਾਗਾਂ ਨੂੰ ਸੀ ਜਿਹੜਾ ਉਸ ਦੇ ਜਿਹੜੇ ਉੱਚੇ ਸੈਨਿਕ ਜਿਹੜੇ ਸੀਗੇ ਅਧਿਕਾਰੀ ਉਸ ਨੂੰ ਧੋਖਾ ਦੇ ਗਏ ਜਿਵੇਂ ਕਿ ਮੀਰ ਜਾਫਰ ਜਿਹੜੇ ਕਿ ਅੰਦਰ ਖਾਤੇ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀ। ਇਸ ਧੋਖੇ ਦੇ ਨਾਲ ਸੀ ਜਿਹੜਾ ਉਸ ਨੂੰ ਬਹੁਤ ਮਤਲਬ ਕਿ ਇੱਕ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਸਨੇ ਸਿੱਧਾ ਆਪਣੀ ਹਾਰ ਸਵੀਕਾਰ ਨਹੀਂ ਕੀਤੀ ਸੀ। ਜਦੋਂ ਉਸਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਮੀਰ ਜਾਫਰ ਹੋਣੀ ਭਾਵੇਂ ਵੀ ਅੱਜ ਜੰਗ ਦੇ ਮੈਦਾਨ ਦੇ ਵਿੱਚ ਹੈਗੇ ਨੇ ਪਰ ਉਹ ਕੋਈ ਵੀ ਯੋਗਦਾਨ ਨਹੀਂ ਪਾ ਰਹੇ ਤੇ ਉਹ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਨੇ ਤਾਂ ਇਸ ਗੱਲ ਤੋਂ ਨਾਰਾਜ਼ ਹੋ ਕੇ ਸੀ ਜਿਹੜਾ ਸਿਰਾਜੁਦ ਦੌਲਾ ਯੁੱਧ ਭੂਮੀ ਨੂੰ ਛੱਡ ਕੇ ਯੁੱਧ ਦੇ ਮੈਦਾਨ ਨੂੰ ਛੱਡ ਕੇ ਉਹ ਮੁਰਸ਼ਿਦਾਬਾਦ ਨੂੰ ਦੌੜ ਗਿਆ। ਇਸ ਪ੍ਰਕਾਰ ਜਿਹੜੀ ਅੰਗਰੇਜ਼ਾਂ ਦੀ ਜਿੱਤ ਹੋਈ ਇਸ ਦੇ ਵਿੱਚ ਸੋ ਮੀਰ ਜਾਫਰ ਹੋਰਾਂ ਦੇ ਧੋਖੇ ਦੇ ਕਾਰਨ ਸੀ ਜਿਹੜਾ ਸਿਰਾਜੁਦ ਦੌਲਾ ਨੂੰ ਯੁੱਧ ਦੇ ਮੈਦਾਨ ਦੇ ਵਿੱਚੋਂ ਭੱਜਣਾ ਪਿਆ ਸੀ ਤੇ ਉਸੇ ਕਾਰਨ ਸੀ ਜਿਹੜੀ ਅੰਗਰੇਜ਼ਾਂ ਨੇ ਪਲਾਸੀ ਦੀ ਲੜਾਈ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਇਸ ਲੜਾਈ ਦੇ ਵਿੱਚ ਸੀ ਜਿਹੜੀ ਅੰਗਰੇਜ਼ਾਂ ਦੀ ਸੈਨਾ ਸੀ ਉਸ ਦੇ ਵਿੱਚੋਂ 7 ਯੂਰਪੀ ਅਤੇ 16 ਭਾਰਤੀ ਸਿਪਾਹੀ ਮਾਰੇ ਗਏ ਅਤੇ 13 ਸਿਪਾਹੀ ਸੀ ਜਿਹੜੇ ਫੱਟੜ ਹੋਏ। ਜਦੋਂ ਕਿ ਜਿਹੜੀ ਨਵਾਬ ਦੀ ਸੈਨਾ ਸੀ ਸਿਰਾਜੁਦ ਦੌਲਾ ਦੀ ਵਿੱਚ ਹੀ ਫੱਟੜ ਹੋਏ ਤੇ ਵਿੱਚ ਹੀ ਜਿਹੜੇ ਮਰੇ ਸੀ ਉਸ ਦੇ ਸਿਪਾਹੀ ਸਾਰਿਆਂ ਦੀ ਕੁੱਲ ਗਿਣਤੀ 500 ਸੀਗੀ। ਜਿਹੜਾ ਨਵਾਬ ਸੀ ਉਹ ਇੱਕ ਵਾਰ ਤਾਂ ਉਹ ਮੁਰਸ਼ਿਦਾਬਾਦ ਗਿਆ ਪਰ ਉਸਨੇ ਬਾਅਦ ਦੇ ਵਿੱਚ ਮੁਰਸ਼ਿਦਾਬਾਦ ਤੋਂ ਸੀ ਜਿਹੜਾ ਪਟਨੇ ਵੱਲ ਦੌੜ ਜਾਣ ਦੀ ਜਿਹੜੀ ਕੋਸ਼ਿਸ਼ ਕੀਤੀ ਪਰ ਰਸਤੇ ਦੇ ਵਿੱਚ ਹੀ ਉਸ ਨੂੰ ਮੀਰ ਜਾਫਰ ਤੇ ਉਸਦੇ ਪੁੱਤਰ ਮੀਰਨ ਨੇ ਉਸ ਨੂੰ ਕੈਦੀ ਬਣਾਇਆ ਅਤੇ ਮਾਰ ਸੁੱਟਿਆ। ਕਲਾਈਵ ਸੀ ਜਿਹੜਾ ਉਸਨੇ ਹੁਣ ਮੀਰ ਜਾਫਰ ਨੂੰ ਬੰਗਾਲ ਦੀ ਰਾਜਗੱਦੀ ਦੇ ਉੱਤੇ ਬਿਠਾਤਾ ਸੀਗਾ। ਇਸ ਪ੍ਰਕਾਰ ਜਿਹੜੀ ਪਲਾਸੀ ਦੀ ਲੜਾਈ ਸੀ ਉਸ ਦੇ ਵਿੱਚ ਅੰਗਰੇਜ਼ਾਂ ਦੀ ਸ਼ਾਨਦਾਰ ਜਿੱਤ ਹੋਈ ਸੀ। DC ਬਰਮਾ ਦੇ ਅਨੁਸਾਰ ਜਿਹੜੀ ਇਹ ਪਲਾਸੀ ਦਾ ਯੁੱਧ ਸੀਗਾ ਇਹ ਹਥਿਆਰਾਂ ਵਾਲਾ ਯੁੱਧ ਨਹੀਂ ਸੀ ਸਗੋਂ ਇਹ ਇੱਕ ਗਦਾਰੀ ਵਾਲਾ ਯੁੱਧ ਸੀਗਾ ਕਿਉਂਕਿ ਸਿਰਾਜੁਦ ਦੌਲਾ ਦੀ ਜਿੱਤ ਹੋਣੀ ਲਾਜ਼ਮੀ ਸੀ ਜੇਕਰ ਉਸ ਦੇ ਜਿਹੜੇ ਉੱਚੇ ਅਹੁਦੇ ਦੇ ਅਧਿਕਾਰੀ ਸੀ ਮੀਰ ਜਾਫਰ ਹੋਰੀ ਜੇਕਰ ਉਸ ਨੂੰ ਧੋਖਾ ਨਾ ਦਿੰਦੇ। ਸੋ ਇਹ ਸੀਗੀਆਂ ਲੜਾਈ ਦੀਆਂ ਘਟਨਾਵਾਂ ਕਿ ਲੜਾਈ ਕਦੋਂ ਲੜੀ ਗਈ, ਕਿੱਥੇ ਲੜੀ ਗਈ, ਕੀ ਇਸ ਲੜਾਈ ਦੇ ਵਿੱਚ ਹੋਇਆ, ਕਾਹਦੇ ਕਾਰਨ ਸੀ ਜਿਹੜੀ ਹਾਰ ਹੋਈ ਸਿਰਾਜੁਦ ਦੌਲਾ ਦੀ ਤੇ ਅੰਗਰੇਜ਼ਾਂ ਦੀ ਜਿੱਤ ਹੋਈ।
ਸੋ ਅੱਗੇ ਆਪਾਂ ਗੱਲ ਕਰਦੇ ਹਾਂ ਲੜਾਈ ਦੀ ਮਹੱਤਤਾ। ਫਸਟ ਪੁਆਇੰਟ ਹੈਗਾ ਭਾਰਤੀ ਇਤਿਹਾਸ ਵਿੱਚ ਨਵੇਂ ਯੁੱਗ ਦਾ ਆਰੰਭ। ਇਸ ਲੜਾਈ ਦੇ ਨਾਲ ਸੀ ਜਿਹੜਾ ਭਾਰਤ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦਾ ਸੀ ਜਿਹੜੀ ਸ਼ੁਰੂਆਤ ਹੋਈ, ਕਿਉਂਕਿ ਇਸ ਲੜਾਈ ਤੋਂ ਬਾਅਦ ਸੀ ਜਿਹੜਾ ਇਸ ਲੜਾਈ ਦਾ ਇਹ ਰਿਜ਼ਲਟ ਨਿਕਲਿਆ ਸੀ ਕਿ ਭਾਰਤ ਦੇ ਵਿੱਚ ਇੱਕ ਨਵਾਂ ਯੁੱਗ ਸ਼ੁਰੂ ਹੋਇਆ, ਕਿਉਂਕਿ ਜਿਹੜਾ ਬੰਗਾਲ ਦਾ ਨਵਾਬ ਸੀ ਉਹ ਮੀਰ ਜਾਫਰ ਨੂੰ ਬਣਾਇਆ ਗਿਆ ਸੀ ਪਰ ਜਿਹੜਾ ਮੀਰ ਜਾਫਰ ਸੀ ਉਹ ਅੰਗਰੇਜ਼ਾਂ ਦੀ ਗੁਲਾਮੀ ਦੇ ਵਿੱਚ ਕੰਮ ਕਰਨ ਲੱਗਿਆ ਸੀ। ਸੋ ਇਸ ਦਾ ਮਤਲਬ ਇਹ ਹੋਇਆ ਸੀ ਕਿ ਬੰਗਾਲ ਦੇ ਵਿੱਚ ਹੁਣ ਅੰਗਰੇਜ਼ਾਂ ਦਾ ਜਿਹੜਾ ਰਾਜ ਸੀ ਸਥਾਪਿਤ ਹੋ ਚੁੱਕਿਆ ਸੀ। ਆਪਾਂ ਐਂਡ ਦੇ ਵਿੱਚ ਇਹ ਗੱਲ ਕਹਿ ਸਕਦੇ ਹਾਂ ਕਿ ਇੱਥੋਂ ਹੀ ਬੰਗਾਲ ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੋਇਆ ਤਾਂ ਇੱਥੋਂ ਹੀ ਭਾਰਤ ਦੇ ਵਿੱਚ ਅੰਗਰੇਜ਼ੀ ਸਾਮਰਾਜ ਦੀ ਸੀ ਜਿਹੜੀ ਨੀਂਹ ਰੱਖੀ ਗਈ ਸੀ। ਬਾਅਦ ਦੇ ਵਿੱਚ ਸਾਨੂੰ ਕਿੰਨਾ ਸਮਾਂ ਸੀ ਜਿਹੜਾ ਸਾਡੇ ਉੱਤੇ ਜਿਹੜਾ ਅੰਗਰੇਜ਼ਾਂ ਨੇ ਰਾਜ ਕੀਤਾ ਸੀ। ਸੋ ਅੰਗਰੇਜ਼ਾਂ ਦੇ ਰਾਜ ਦੀ ਜਿਹੜੀ ਨੀਂਹ ਸੀਗੀ ਉਹ ਇੱਥੇ ਹੀ ਰੱਖੀ ਗਈ ਸੀ ਜਦੋਂ ਅੰਗਰੇਜ਼ਾਂ ਨੇ ਬੰਗਾਲ ਦੇ ਉੱਤੇ ਸੀ ਜਿਹੜਾ ਉਹਨਾਂ ਨੇ ਆਪਦੇ ਰਾਜ ਦੀ ਸਥਾਪਨਾ ਕਰ ਲਈ ਸੀ। ਨੈਕਸਟ ਪੁਆਇੰਟ ਹੈਗਾ ਸਾਡਾ ਅੰਗਰੇਜ਼ਾਂ ਦੀ ਪ੍ਰਤਿਸ਼ਠਾ ਦੇ ਵਿੱਚ ਵਾਧਾ। ਪਲਾਸੀ ਦੀ ਲੜਾਈ ਦੇ ਵਿੱਚ ਜਿਹੜੀ ਅੰਗਰੇਜ਼ਾਂ ਦੀ ਇੱਕ ਗੌਰਵਮਈ ਜਿੱਤ ਹੋਈ ਸੀ, ਜਿਸ ਦੇ ਨਾਲ ਸੀ ਜਿਹੜਾ ਉਹਨਾਂ ਦੇ ਮਾਣ ਸਨਮਾਨ ਦੇ ਵਿੱਚ ਉਹਨਾਂ ਦੀ ਪ੍ਰਤਿਸ਼ਠਤਾ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਸੀ। ਨੈਕਸਟ ਹੈਗਾ ਅੰਗਰੇਜ਼ਾਂ ਦੇ ਪ੍ਰਦੇਸ਼ਾਂ ਦੇ ਵਿੱਚ ਵਾਧਾ। ਪਲਾਸੀ ਦੀ ਲੜਾਈ ਦੇ ਰਿਜ਼ਲਟ ਵਜੋਂ ਜਿਹੜਾ ਅੰਗਰੇਜ਼ਾਂ ਦੇ ਪ੍ਰਦੇਸ਼ਾਂ ਦੇ ਵਿੱਚ ਵੀ ਵਾਧਾ ਹੋਇਆ ਸੀ, ਕਿਉਂਕਿ ਨਵਾਬ ਮੀਰ ਜਾਫਰ ਨੇ ਅੰਗਰੇਜ਼ੀ ਕੰਪਨੀ ਨੂੰ ਕਲਕੱਤੇ ਦੇ ਨੇੜੇ ਦੇ ਜਿਹੜੇ 24 ਪਰਗਨੇ ਸੀ ਉਹ ਦਿੱਤੇ ਸੀਗੇ। ਇਹਨਾਂ ਪਰਗਨਿਆਂ ਤੋਂ ਸੀ ਜਿਹੜਾ ਅੰਗਰੇਜ਼ੀ ਕੰਪਨੀ ਨੂੰ ਬਹੁਤ ਜ਼ਿਆਦਾ ਆਮਦਨ ਹੋਈ ਸੀ। ਨੈਕਸਟ ਪੁਆਇੰਟ ਹੈਗਾ ਸਾਡਾ ਅੰਗਰੇਜ਼ਾਂ ਨੂੰ ਆਰਥਿਕ ਤੇ ਵਪਾਰਿਕ ਲਾਭ। ਪਲਾਸੀ ਦੀ ਜਿੱਤ ਤੋਂ ਬਾਅਦ ਸੀ ਜਿਹੜਾ ਅੰਗਰੇਜ਼ਾਂ ਨੂੰ ਬਹੁਤ ਆਰਥਿਕ ਤੇ ਵਪਾਰਿਕ ਲਾਭ ਹੋਇਆ ਸੀ, ਕਿਉਂਕਿ ਮੀਰ ਜਾਫਰ ਨੇ ਸੀ ਜਿਹੜਾ ਅੰਗਰੇਜ਼ਾਂ ਦੀ ਕੰਪਨੀ ਨੂੰ ਸੀ ਜਿਹੜਾ ਬਹੁਤ ਸਾਰਾ ਧਨ ਦਿੱਤਾ ਸੀ ਅਤੇ ਬਿਨਾਂ ਕੋਈ ਟੈਕਸ ਲਏ ਉਹਨਾਂ ਨੂੰ ਸੀ ਜਿਹੜਾ ਬਹੁਤ ਸਾਰੇ ਪ੍ਰਾਂਤਾਂ ਦੇ ਵਿੱਚ ਵਪਾਰ ਕਰਨ ਦਾ ਵੀ ਜਿਹੜਾ ਉਹਨਾਂ ਨੂੰ ਹੱਕ ਦਿੱਤਾ ਸੀਗਾ। ਨੈਕਸਟ ਪੁਆਇੰਟ ਹੈਗਾ ਸਾਡਾ ਭਾਰਤ ਦੀ ਜਿੱਤ ਦੇ ਕੰਮ ਵਿੱਚ ਪ੍ਰੇਰਨਾ। ਅੰਗਰੇਜ਼ ਸੀ ਜਿਹੜੇ ਉਹ ਭਾਰਤ ਨੂੰ ਜਿੱਤਣਾ ਚਾਹੁੰਦੇ ਸੀ। ਇਸ ਲੜਾਈ ਤੋਂ ਬਾਅਦ ਉਹਨਾਂ ਨੂੰ ਭਾਰਤ ਨੂੰ ਜਿੱਤਣ ਦੀ ਪ੍ਰੇਰਨਾ ਮਿਲੀ, ਕਿਉਂਕਿ ਉਹਨਾਂ ਦੇ ਜਿਹੜੇ ਹੌਸਲੇ ਸੀ ਇਸ ਲੜਾਈ ਨੂੰ ਜਿੱਤਣ ਤੋਂ ਬਾਅਦ ਬਹੁਤ ਬੁਲੰਦ ਹੋਏ। ਉਹਨਾਂ ਨੂੰ ਅੱਗੇ ਪੂਰੇ ਭਾਰਤ ਦੇ ਉੱਤੇ ਕਬਜ਼ਾ ਕਰਨ ਦੇ ਲਈ ਬਹੁਤ ਜ਼ਿਆਦਾ ਉਹ ਉਤਸ਼ਾਹਿਤ ਹੋਏ। ਨੈਕਸਟ ਪੁਆਇੰਟ ਹੈਗਾ ਸਾਡਾ ਅੰਗਰੇਜ਼ੀ ਕੰਪਨੀ ਦੀ ਸਥਿਤੀ ਵਿੱਚ ਤਬਦੀਲੀ। ਪਲਾਸੀ ਦੀ ਲੜਾਈ ਤੋਂ ਬਾਅਦ ਜਿਹੜੀ ਅੰਗਰੇਜ਼ਾਂ ਦੀ ਕੰਪਨੀ ਸੀਗੀ ਉਸ ਦੀ ਸਥਿਤੀ ਦੇ ਵਿੱਚ ਬਹੁਤ ਚੇਂਜ ਹੋਇਆ, ਕਿਉਂਕਿ ਪਹਿਲਾਂ ਇਹ ਜਿਹੜੀ ਕੰਪਨੀ ਸੀ ਸਿਰਫ ਇੱਕ ਵਪਾਰ ਦੇ ਲਈ ਆਈ ਸੀ, ਇਹ ਇੱਕ ਵਪਾਰਿਕ ਕੰਪਨੀ ਸੀ। ਪਰ ਇਸ ਜਿੱਤ ਤੋਂ ਬਾਅਦ ਸੀ ਜਿਹੜਾ ਉਹ ਇੱਕ ਰਾਜਨੀਤਿਕ ਸ਼ਕਤੀ ਬਣ ਚੁੱਕੀ ਸੀ, ਜਿਹੜੀ ਅੰਗਰੇਜ਼ਾਂ ਦੀ ਕੰਪਨੀ ਸੀਗੀ ਜਿਸ ਦਾ ਨਾਮ ਸੀਗਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਨੈਕਸਟ ਪੁਆਇੰਟ ਹੈਗਾ ਸਾਡਾ ਫਰਾਂਸੀਸੀਆਂ ਨੂੰ ਹਰਾਉਣ ਵਿੱਚ ਸਹਾਇਤਾ। ਪਲਾਸੀ ਦੀ ਲੜਾਈ ਦਾ ਇੱਕ ਹੋਰ ਮਹੱਤਵਪੂਰਨ ਪ੍ਰਭਾਵ ਇਹ ਪਿਆ ਸੀਗਾ ਕਿ ਜਿਹੜੇ ਅੰਗਰੇਜ਼ ਸੀਗੇ ਉਹਨਾਂ ਦੇ ਆਰਥਿਕ ਸਾਧਨਾਂ ਦੇ ਵਿੱਚ ਬਹੁਤ ਵਾਧਾ ਹੋਇਆ ਸੀ, ਜਿਸ ਦੇ ਕਾਰਨ ਉਹਨਾਂ ਨੇ ਕਰਨਾਟਕ ਦੀ ਜਿਹੜੀ ਤੀਜੀ ਲੜਾਈ ਸੀਗੀ ਉਸ ਦੇ ਵਿੱਚ ਉਹਨਾਂ ਨੇ ਫਰਾਂਸੀਸੀਆਂ ਨੂੰ ਬਹੁਤ ਆਸਾਨੀ ਦੇ ਨਾਲ ਹਰਾਤਾ ਸੀ। ਨੈਕਸਟ ਹੈਗਾ ਕਲਾਈਵ ਦੀ ਨਿੱਜੀ ਜਿੱਤ। ਪਲਾਸੀ ਦੀ ਜਿਹੜੀ ਲੜਾਈ ਸੀਗੀ ਉਹ ਕਲਾਈਵ ਦੇ ਲਈ ਇੱਕ ਮਹਾਨ ਜਿੱਤ ਸਥਾਪਿਤ ਹੋਈ। ਉਸ ਦੇ ਸਨਮਾਨਾਂ ਦੇ ਵਿੱਚ ਵੀ ਵਾਧਾ ਹੋਇਆ, ਮਾਨ ਸਨਮਾਨ ਦੇ ਵਿੱਚ, ਤੇ ਉਸ ਨੂੰ ਬਹੁਤ ਸਾਰੀ ਜਿਹੜੀ ਧਨ ਦੌਲਤ ਵੀ ਪ੍ਰਾਪਤ ਹੋਈ। ਤੇ ਉਹ ਇਸ ਯੁੱਧ ਤੋਂ ਬਾਅਦ ਸੀ ਉਹ ਜਿਹੜਾ ਬੰਗਾਲ ਦਾ ਗਵਰਨਰ ਬਣਾਇਆ ਗਿਆ। ਸੋ ਇਹ ਸੀ ਰਾਜੇ ਲੜਾਈ ਦੀਆਂ ਘਟਨਾਵਾਂ ਅਤੇ ਲੜਾਈ ਦੀ ਮਹੱਤਤਾ। ਇਸ ਦੇ ਨਾਲ ਆਪਣੀ ਜਿਹੜੀ ਪਲਾਸੀ ਦੀ ਲੜਾਈ ਵਾਲਾ ਜਿਹੜਾ ਟੌਪਿਕ ਹੈ ਉਹ ਖਤਮ ਹੁੰਦਾ ਹੈ। ਅੱਗੇ ਆਪਾਂ ਕੱਲ੍ਹ ਨੂੰ ਨੈਕਸਟ ਲੈਸਨ ਕਰਾਂਗੇ।